ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ। ਮੈਨੂੰ ਅਕਸਰ ਇੱਕ ਸਵਾਲ ਪਹਿਲਾਂ ਵਿਦੇਸ਼ਾਂ ਵਿੱਚ ਪੁੱਛਿਆ ਜਾਂਦਾ ਸੀ, ਅੱਜ ਕੱਲ੍ਹ ਪੰਜਾਬ ਵਿੱਚ ਵੀ ਪੁੱਛਿਆ ਜਾਣ ਲੱਗ ਪਿਆ, ਤੁਹਾਡੇ ਵੇਲੇ ਦਾ ਪੰਜਾਬ ਕਿੱਦਾਂ ਦਾ ਹੁੰਦਾ ਸੀ? ਫਿਰ ਤੁਸੀਂ ਪੰਜਾਬ ਬਦਲਦਾ ਵੇਖਿਆ ਤੇ ਜਿਹੜਾ ਅੱਜ ਪੰਜਾਬ ਹੈ ਉਹਦੇ ਬਾਰੇ ਤੁਸੀਂ ਕੀ ਮਹਿਸੂਸ ਕਰਦੇ ਹੋ ਤੇ ਤੁਸੀਂ ਪੰਜਾਬੀ ਬਾਰੇ ਕੀ ਮਹਿਸੂਸ ਕਰਦੇ ਹੋ? ਜ਼ਮੀਨ ਅਸਮਾਨ ਦਾ ਫਰਕ। ਮੇਰੇ ਵੇਲੇ ਦਾ ਪੰਜਾਬ, ਮੇਰੇ ਬਚਪਨ ਦਾ ਪੰਜਾਬ, ਉਸ ਪੰਜਾਬ ਦੇ ਵਿੱਚ ਸ਼ਾਮ ਨੂੰ ਸੱਥਾਂ ਦੇ ਉੱਤੇ ਮਹਿਫਲਾਂ ਲੱਗਦੀਆਂ ਸਨ, ਕਿਉਂਕਿ ਘਰਾਂ 'ਚ ਰੇਡੀਓ ਟੀਵੀ ਨਹੀਂ ਸੀ ਹੁੰਦੇ, ਮੋਬਾਈਲ ਦੇ ਉੱਤੇ ਵੀ ਵਟਸਐਪ, ਗੂਗਲ, ਯੂਟਿਊਬ ਨਹੀਂ ਸੀ ਹੁੰਦੇ, ਕੋਈ ਇੰਸਟਾਗ੍ਰਾਮ ਨਹੀਂ ਸੀ ਹੁੰਦਾ। ਉਦੋਂ ਲੋਕ ਉੱਥੇ ਬੈਠ ਕੇ ਆਪਸ ਵਿੱਚ ਗੱਲਾਂ ਕਰਦੇ ਸੀ, ਪਿੰਡ ਦੇ ਚੰਗੇ ਮਾੜੇ ਦੀ ਗੱਲ ਵੀ ਹੁੰਦੀ ਸੀ, ਫਸਲਵਾੜੀ ਦੀ ਗੱਲ ਵੀ ਹੁੰਦੀ ਸੀ, ਮੀਂਹ ਕਣੀ ਦੀ ਮੌਸਮ ਦੀ ਗੱਲ ਵੀ ਹੁੰਦੀ ਸੀ। ਸਰਦੀਆਂ ਦੇ ਦਿਨਾਂ 'ਚ ਲੱਕੜ ਦੇ ਖੁੰਡ ਸੁੱਟ ਕੇ, ਚਾਦਰਾਂ ਦੀਆਂ ਬੁੱਕਲਾਂ ਮਾਰ ਕੇ ਰਾਤ ਅੱਧੀ ਰਾਤ ਤੱਕ ਅਸੀਂ ਲੋਕ ਉੱਥੇ ਧੂਣੀ ਦੇ ਕੋਲ ਬੈਠਦੇ, ਕਦੇ ਕਦੇ ਧੂੰਆਂ ਆ ਜਾਵੇ ਤੇ ਅੱਖਾਂ ਵੀ ਮਲਦੇ ਸਾਂ, ਪਰ ਅਸੀਂ ਉੱਥੇ ਬੈਠ ਕੇ ਅੱਗ ਸੇਕਦੇ ਹੁੰਦੇ ਸਾਂ। ਅੱਜ ਉਹ ਸਾਰਾ ਕੁਝ ਉੱਥੇ ਨਹੀਂ ਰਿਹਾ। ਉਦੋਂ ਪਿੰਡ ਦੀ ਧੀ ਸਾਰੇ ਪਿੰਡ ਦੀ ਧੀ ਹੁੰਦੀ ਸੀ ਅਤੇ ਉਹਦੀ ਇੱਜ਼ਤ ਦਾ ਖਿਆਲ ਰੱਖਿਆ ਜਾਂਦਾ ਸੀ। ਉਦੋਂ ਪਿੰਡ ਦਾ ਬੱਚਾ ਸਾਰੇ ਪਿੰਡ ਦੇ ਬਜ਼ੁਰਗਾਂ ਵਾਸਤੇ ਬੱਚਾ ਹੁੰਦਾ ਸੀ, ਜਿਹਨੂੰ ਮਰਜ਼ੀ ਝਿੜਕ ਲੈਂਦੇ ਸੀ। ਅੱਜ ਵਾਂਗ ਇਹ ਨਹੀਂ ਸੀ ਕਿ ਕਿਸੇ ਨੇ ਝਿੜਕਿਆ ਤੇ ਬੱਚੇ ਦੇ ਘਰ ਦੇ ਆ ਜਾਣਗੇ ਕਿ ਤੂੰ ਕੌਣ ਹੁੰਦਾ ਮੇਰੇ ਬੱਚੇ ਨੂੰ ਝਿੜਕਣ ਵਾਲਾ। ਸਾਰਾ ਪਿੰਡ ਇਹ ਸਮਝਦਾ ਸੀ ਕਿ ਬੱਚੇ ਸਾਡੇ ਸਾਂਝੇ ਨੇ ਅਤੇ ਹਰ ਗੱਲ ਉਦੋਂ ਇਸ ਤਰ੍ਹਾਂ ਵੇਖੀ ਜਾਂਦੀ ਸੀ। ਉਦੋਂ ਵੱਖਰੀ ਕਿਸਮ ਦਾ ਮਾਹੌਲ ਹੁੰਦਾ ਸੀ। ਰਾਤ ਨੂੰ ਇੰਨੀਆਂ ਲਾਈਟਾਂ ਨਹੀਂ ਸਨ ਜਗਦੀਆਂ, ਤਾਰਿਆਂ ਦੇ ਦਰਸ਼ਨ ਹੁੰਦੇ ਸਨ, ਚੰਦ ਦਿਸਦਾ ਸੀ। ਭਗਵੰਤ ਮਾਨ ਜਦੋਂ ਅਜੇ ਮੁੱਖ ਮੰਤਰੀ ਨਹੀਂ ਸੀ ਬਣਿਆ, ਜਦੋਂ ਅਜੇ ਪਾਰਲੀਮੈਂਟ ਮੈਂਬਰ ਵੀ ਨਹੀਂ ਸੀ ਬਣਿਆ, ਉਦੋਂ ਦੀਆਂ ਗੱਲਾਂ ਇੱਕ ਵਾਰ ਉਹਨੇ ਦੱਸਿਆ ਸੀ, ਮੈਂ ਪਿੰਡੋਂ ਆਪਣੇ ਬਾਪੂ ਜੀ ਨੂੰ ਸ਼ਹਿਰ ਲੈ ਆਇਆ, 2 ਦਿਨ ਰਹਿ ਕੇ ਤੀਸਰੇ ਦਿਨ ਪਿੰਡ ਨੂੰ ਭੱਜ ਉੱਠੇ, ਕਹਿੰਦੇ ਮੈਂ ਚੱਲਿਆ। ਮੈਂ ਉਹਨਾਂ ਨੂੰ ਕਿਹਾ ਕਿਉਂ, ਇੱਥੇ ਕੀ ਕਮੀ ਆ? ਕਹਿੰਦੇ ਤੇਰੇ ਸ਼ਹਿਰ ਆ ਕੇ ਮੈਨੂੰ ਮੇਰਾ ਰੱਬ ਨਹੀਂ ਦਿਸਦਾ। ਕਹਿੰਦਾ ਮੈਂ ਆਖਿਆ ਰੱਬ ਕਿਹੜਾ ਰੱਬ ਨਹੀਂ ਤੁਹਾਨੂੰ ਦਿਸਦਾ? ਅਤੇ ਉਹਨਾਂ ਨੇ ਅੱਗੋਂ ਮਾਸਟਰ ਮਹਿੰਦਰ ਸਿੰਘ ਨੇ ਭਗਵੰਤ ਨੂੰ ਕਿਹਾ ਪਿੰਡ ਆਵੇਂ ਵਿਖਾਊਂਗਾ। ਇੱਕ ਦਿਨ ਭਗਵੰਤ ਪਿੰਡ ਗਿਆ ਅਤੇ ਉਹ ਲੈ ਕੇ ਛੱਤ 'ਤੇ ਸੌਂ ਗਏ। ਉੱਥੋਂ ਉਹਨੂੰ ਆਖਿਆ ਉਹ ਉੱਪਰ ਤੱਕ ਵੇਖ, ਹਨੇਰੀ ਰਾਤ, ਤਾਰੇ ਚਮਕਦੇ, ਵਿਚਾਲੇ ਜਿਹੜਾ ਚੰਦ ਤੁਰਿਆ ਜਾਂਦਾ ਸੀ, ਉਹ ਚੰਦ ਚਮਕਦਾ। ਉਹਨਾਂ ਆਖਿਆ ਇਹ ਮੇਰਾ ਰੱਬ ਹੈ, ਇਹ ਮੈਨੂੰ ਤੇਰੇ ਸ਼ਹਿਰ ਦੀਆਂ ਲਾਈਟਾਂ 'ਚ ਨਹੀਂ ਦਿਸਦਾ। ਉੱਥੇ ਉਹਨਾਂ ਲਾਈਟਾਂ 'ਚ ਗਵਾਚ ਜਾਂਦਾ। ਉਹ ਪਿੰਡ ਦਾ ਜਿਹੜਾ ਰੰਗ ਸੀ ਉਹ ਅੱਜ ਪਿੰਡਾਂ ਵਿੱਚ ਵੀ ਨਹੀਂ ਰਹਿ ਗਿਆ। ਜਦੋਂ ਜਿੱਦਾਂ ਦੀ ਲਾਈਟਾਂ ਅਸੀਂ ਇੰਨੀਆਂ ਕਰ ਦਿੱਤੀਆਂ ਨੇ, ਅਸੀਂ ਹਵਾ ਦਾ ਪ੍ਰਦੂਸ਼ਣ, ਅਸੀਂ ਪਾਣੀ ਦਾ ਪ੍ਰਦੂਸ਼ਣ, ਅਸੀਂ ਸਬਜ਼ੀਆਂ ਦਾ ਪ੍ਰਦੂਸ਼ਣ, ਅਸੀਂ ਦੁੱਧ ਦਾ ਪ੍ਰਦੂਸ਼ਣ, ਅਸੀਂ ਰਿਸ਼ਤਿਆਂ ਨਾਤਿਆਂ ਦਾ ਪ੍ਰਦੂਸ਼ਣ ਤੇ ਵੇਖਿਆ ਹੀ ਆ। ਲਾਈਟਾਂ ਦਾ ਚਾਨਣ ਦਾ ਪ੍ਰਦੂਸ਼ਣ ਵੀ ਅਸੀਂ ਪੈਦਾ ਕਰ ਦਿੱਤਾ। ਉਹਦੇ ਵਿੱਚ ਹੁਣ ਰਾਤ ਨੂੰ ਜਿਹੜੇ ਪੁਰਾਣੇ ਪੰਜਾਬੀ ਨੇ ਉਹਨਾਂ ਨੂੰ ਉੱਤੇ ਰੱਬ ਨਹੀਂ ਦਿਸਦਾ, ਉਹ ਉਹਦੇ ਵੱਲੋਂ ਵੀ ਅਵੇਸਟ ਹੁੰਦੇ ਜਾਂਦੇ। ਉਹ ਸਮਝਦੇ ਆ ਕਿ ਸਾਡੀ ਇੱਕ ਚੀਜ਼ ਸਾਡੇ ਤੋਂ ਖੁੱਸ ਗਈ ਹੈ। ਜਿਹੜਾ ਉਹ ਪੰਜਾਬ ਸੀ, ਉਹ ਪੰਜਾਬ ਮੋੜ ਕੇ ਨਹੀਂ ਲਿਆਂਦਾ ਜਾ ਸਕਦਾ। ਉਸ ਪੰਜਾਬ ਦੇ ਵਿੱਚ ਖੂਹਾਂ ਅਤੇ ਬਲਦਾਂ ਦੀਆਂ ਜੋੜੀਆਂ ਵਗਦੀਆਂ ਸਨ, ਗਲਾਂ ਦੇ ਵਿੱਚ ਟੱਲੀਆਂ ਹੁੰਦੀਆਂ ਸਨ ਅਤੇ ਉਹ ਘੁੰਗਰੂ ਖੜਕਦੇ ਸਨ। ਉਸ ਪੰਜਾਬ ਦੇ ਵਿੱਚ ਤਾਰਿਆਂ ਦੀ ਛਾਵੇਂ ਕਿਸਾਨ ਉੱਠ ਕੇ ਆਪਣੀਆਂ ਨਾੜੀਆਂ ਜੋਗਾਂ ਲੈ ਕੇ ਖੇਤਾਂ ਨੂੰ ਜਾਂਦੇ ਸੀ, ਜਾ ਕੇ ਹਲ ਵਾਹੁੰਦੇ ਸਨ। ਫਸਲ ਬੀਜਣ ਦੇ ਦਿਨਾਂ 'ਚ ਇੱਕ ਕਿਸਾਨ ਅਗਲੇ ਪਾਸੇ ਇੱਕ ਜਣਾ ਹਲ ਵਾਹੁੰਦਾ ਸੀ, ਦੂਸਰਾ ਪਿੱਛੇ ਦਾਣੇ ਕੇਰਦਾ ਹੁੰਦਾ ਸੀ, ਬੀਜ ਕੇਰਦਾ ਸੀ, ਔਰ ਕਈ ਲੋਕ ਉਹਦੇ ਪਿੱਛੇ ਪੋਰ ਬੰਨ੍ਹ ਲੈਂਦੇ ਸੀ ਅਤੇ ਆਪੇ ਹੀ ਹਲ ਵਾਹੁਣਾ ਅਤੇ ਆਪ ਹੀ ਆਪਣੇ ਲੱਕ ਨਾਲ ਬੰਨੀ ਝੋਲੀ ਦੇ ਵਿੱਚੋਂ ਇੱਕ ਦਾਣਾ ਕਰਕੇ ਕੇਰਦੇ ਜਾਣਾ। ਉਹ ਵੀ ਪੰਜਾਬ ਹੁੰਦਾ ਸੀ। ਉਹ ਦਿਨ ਬਹੁਤ ਵੱਖਰੇ ਸਨ। ਅੱਜ ਉਹ ਦਿਨ ਨਹੀਂ ਰਹੇ। ਜਿਹੜੇ ਦਿਨ ਰਹੇ ਨਹੀਂ ਉਹਨਾਂ ਦਾ ਚੇਤਾ ਕਰਨਾ ਔਖਾ ਹੈ। ਨਵੀਂ ਪੀੜ੍ਹੀ ਨੂੰ ਤਾਂ ਅਸੀਂ ਬਿਲਕੁਲ ਨਹੀਂ ਦੱਸ ਸਕਦੇ ਕਿ ਉਦੋਂ ਕੀ ਹੁੰਦਾ ਸੀ। ਜਿਹੜਾ ਵਾਰਿਸ ਸ਼ਾਹ ਨੇ ਆਖਿਆ ਸੀ, ਚਿੜੀ ਚੂਕ ਦੀ ਨਾਲ ਉੱਠ ਤੁਰੇ ਪਾਂਧੀ, ਪਈਆਂ ਚਾਟੀਆਂ ਵਿੱਚ ਮਧਾਣੀਆਂ। ਇਹ ਮਧਾਣੀਆਂ ਦਾ, ਚਾਟੀਆਂ ਦਾ ਹੁਣ ਕਿਸੇ ਨੂੰ ਪਤਾ ਹੀ ਕੀ ਹੈ। ਇਹ ਸਾਰਾ ਨਵੀਂ ਪੀੜ੍ਹੀ ਤੋਂ ਖੁੱਸ ਗਿਆ। ਔਰ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਨਵੀਂ ਪੀੜ੍ਹੀ ਹੁਣ ਫਿਰ ਲਿਆ ਕੇ ਚਾਟੀਆਂ 'ਚ ਦੁੱਧ ਰਿੜਕਣਾ ਸ਼ੁਰੂ ਕਰ ਦੇਵੇ। ਹਾਲਾਤ ਬਦਲੇ ਦੇ ਨਾਲ ਉਹਨਾਂ ਨੂੰ ਚੱਲਣਾ ਪੈਣਾ, ਪਰ ਕੁਝ ਗੱਲਾਂ ਤਾਂ ਬਚਾਈਆਂ ਜਾ ਸਕਦੀਆਂ ਸੀ। ਅਸੀਂ ਉਹਨਾਂ ਵੱਲੋਂ ਵੀ ਅਵੇਸਲੇ ਹੋ ਗਏ ਹਾਂ। ਪੰਜਾਬ ਬਦਲਦਾ ਗਿਆ ਔਰ ਇਹ ਸਾਡੇ ਵੇਂਦਿਆਂ ਨਹੀਂ ਬਦਲਿਆ, ਸਾਡੇ ਤੋਂ ਪਹਿਲਾਂ ਵੀ ਬਦਲਦਾ ਰਿਹਾ। ਕੋਈ ਵਕਤ ਸੀ ਸਾਡੇ ਪੰਜਾਬ ਨੂੰ ਪੰਜਾਬ ਨਹੀਂ ਸਨ ਕਹਿੰਦੇ ਹੁੰਦੇ। ਉਦੋਂ ਪੰਜਾਬ ਨੂੰ ਪੰਚਨਦ ਕਿਹਾ ਜਾਂਦਾ ਸੀ। ਉਦੋਂ ਅਜੇ ਤੱਕ ਅਰਬੀ ਫਾਰਸੀ ਵਾਲੇ ਇੱਧਰ ਨਹੀਂ ਸਨ ਆਏ। ਉਦੋਂ ਪੰਜਾਬੀ ਬੋਲੀ ਵੀ ਨਹੀਂ ਸੀ ਆਈ। ਜਿਹੜੀ ਬੋਲੀ ਚੱਲਦੀ ਸੀ ਉਹ ਹਿੰਦੀ ਦੇ ਵਿੱਚੋਂ ਥੋੜ੍ਹੀ ਬਦਲ ਕੇ ਪੰਜਾਬੀ ਬਣਦੀ ਜਾਂਦੀ ਸੀ। ਹਿੰਦੀ ਦਾ ਪੂਛਤਾਛ ਹੌਲੀ ਪੁੱਛਗਿੱਛ ਬਣਨਾ ਸ਼ੁਰੂ ਹੋ ਗਿਆ ਸੀ।
ਹਿੰਦੀ ਦਾ ਭਾਈ ਜਾਂ ਭਈਆ ਜਿਹੜਾ ਬਦਲਦਿਆਂ ਬਦਲਦਿਆਂ ਮਾਲਵੇ ਤੱਕ ਆ ਕੇ ਭਾਈ ਤੇ ਭਾਈ ਤੋਂ ਦੁਆਬੇ ਤੱਕ ਭਾਜੀ ਤੇ ਮਾਝੇ ਤੱਕ ਭਾਊ ਬਣ ਗਿਆ ਸੀ। ਪਰ ਅਜੇ ਪੰਜਾਬੀ ਬੋਲੀ ਉਦੋਂ ਬਕਾਇਦਾ ਨਹੀਂ ਸੀ ਬਣੀ। ਫਿਰ ਇਹ ਬੋਲੀ ਉਦੋਂ ਬਣੀ ਜਦੋਂ ਪਰਲੇ ਪਾਸੇ ਵਾਲੇ ਆਏ, ਉਹਨਾਂ ਨੇ ਤੇ ਇਹਨਾਂ ਨੇ ਆਪਸ ਵਿੱਚ ਇੱਕ ਦੂਸਰੇ ਨਾਲ ਗੱਲਾਂ ਬਾਤਾਂ ਕੀਤੀਆਂ। ਉਹਨਾਂ ਦੇ ਅਲਫਾਜ਼ ਜਿਹੜੇ ਸੀ ਇੱਧਰ ਆਏ ਤੇ ਇੱਥੋਂ ਵਾਲਿਆਂ ਦੇ ਸ਼ਬਦ ਉਹਨਾਂ ਕੋਲ ਗਏ। ਇਹਨਾਂ ਦੋਵਾਂ ਦੇ ਵਿੱਚੋਂ ਇੱਕ ਤਾਂ ਉਰਦੂ ਨਾਂ ਦੀ ਨਵੀਂ ਭਾਸ਼ਾ ਪਈ, ਉਹ ਨਵੀਂ ਭਾਸ਼ਾ ਜੰਮ ਪਈ। ਉਹਦੇ ਨਾਲ ਨਾਲ ਦੂਸਰੀ ਗੱਲ ਇਹ ਹੈ ਕਿ ਇਹ ਵੀ ਪੰਚ ਨਦ ਤੋਂ ਨਦ ਭੁੱਲ ਗਿਆ, ਪੰਚ ਭੁੱਲ ਗਿਆ। ਉਹ ਪਰਲੇ ਵਾਲੇ ਪਾਸੇ ਵਾਲੇ ਪੰਚ ਨੂੰ ਪੰਜ ਕਹਿੰਦੇ ਸੀ, ਨਦੀ ਨੂੰ ਜਾਂ ਪਾਣੀ ਨੂੰ ਆਬ ਕਹਿੰਦੇ ਸੀ। ਉਹਨਾਂ ਨੇ ਇਹਨੂੰ ਪੰਜਾਬ ਕਹਿਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ ਆਏ, ਅੰਗਰੇਜ਼ਾਂ ਦੇ ਵਕਤ ਵੀ ਬਦਲਿਆ ਸੀ ਔਰ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਵੀ ਪੰਜਾਬ ਬਦਲਿਆ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਪੰਜਾਬ ਨੂੰ ਅੱਜ ਅਸੀਂ ਅੰਗਰੇਜ਼ੀ ਦੇ ਵਿੱਚ PUNJAB ਲਿਖਦੇ ਹਾਂ, ਅੰਗਰੇਜ਼ਾਂ ਦੇ ਵਕਤ PAN ਹੁੰਦਾ ਸੀ, PU ਨਹੀਂ ਸੀ ਹੁੰਦਾ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਆ ਜਿਹੜਾ ਜਲੰਧਰ ਅੱਜ ਕੱਲ੍ਹ ਅੰਗਰੇਜ਼ੀ ਦੇ ਸਪੈਲਿੰਗ ਅਸੀਂ JALLANDHAR ਲਿਖਦੇ ਹਾਂ, ਇਹ ਅੰਗਰੇਜ਼ਾਂ ਦੇ ਵਕਤ ਔਰ ਉਹਦੇ ਤੋਂ ਬਾਅਦ ਵੀ 1975-76 ਤੱਕ JULLUDUR ਜਲੰਧਰ ਹੁੰਦਾ ਸੀ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਅੰਬਾਲਾ ਸੀ ਹੁਣ ਵਾਂਗ A ਨਾਲ ਸ਼ੁਰੂ ਨਹੀਂ ਸੀ ਹੁੰਦਾ, ਉਹ UMBALA ਹੁੰਦਾ ਸੀ। ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਅੰਮ੍ਰਿਤਸਰ ਜਿਹੜਾ ਸੀ ਉਹ A ਨਾਲ ਨਹੀਂ ਸੀ ਹੁੰਦਾ, ਉਹ UMRIT ਇੱਥੋਂ ਤੱਕ ਠੀਕ ਹੈ। ਪਰ ਕਿਉਂਕਿ ਅੰਗਰੇਜ਼ ਸਰ SIR ਨਾਲ ਲਿਖਦੇ ਸੀ, ਉਹਨਾਂ ਨੇ ਮਗਰਲਾ ਸਰ ਵੀ SIR ਨਾਲ ਲਿਖਿਆ, UMRIT SIR ਅੰਮ੍ਰਿਤਸਰ ਇਸ ਤਰ੍ਹਾਂ ਲਿਖਦੇ ਸੀ। ਸਤਲੁਜ ਦਰਿਆ ਨੂੰ ਹੁਣ ਵਾਂਗ SATLUJ ਨਹੀਂ ਸੀ ਲਿਖਦੇ, ਉਹ ਸੁਤਲੁਜ ਲਿਖਦੇ ਸੀ, SUTLEJ। ਆ ਜਿਹੜਾ ਜੇਲਮ ਹੈ ਹੁਣ ਅਸੀਂ ਉਹਨੂੰ ਹੋਰ ਤਰ੍ਹਾਂ ਲਿਖਦੇ ਹਾਂ, ਪਰ ਉਹਨਾਂ ਦੇ ਵਕਤ ਜੇਲਮ ਨਹੀਂ ਝਿਲਮ ਬਣਦਾ ਸੀ, JHILAM। ਔਰ ਇਹ ਬੜਾ ਕੁਝ ਇਸ ਤਰ੍ਹਾਂ ਦਾ ਅਸੀਂ ਬਦਲਦਾ ਵੇਖਿਆ ਹੋਇਆ। ਦੂਸਰੀ ਗੱਲ ਮੈਂ ਇਹ ਬੇਨਤੀ ਕਰਾਂ ਕਿ ਅਸੀਂ ਪੰਜਾਬ ਦੇ ਲੋਕ ਪੰਜਾਬ ਬਾਰੇ ਵੀ ਅਵੇਸਲੇ ਹਾਂ, ਅਸੀਂ ਪੰਜਾਬੀ ਬੋਲੀ ਬਾਰੇ ਵੀ ਅਵੇਸਲੇ ਹਾਂ। ਸਾਨੂੰ ਇਹ ਨਹੀਂ ਪਤਾ ਇੱਥੇ ਕੀ ਕੁਝ ਹੈ, ਸਾਡੇ ਪੱਲੇ ਕੁਦਰਤ ਨੇ ਕੀ ਕੁਝ ਪਾਇਆ। ਸਾਡੀਆਂ ਜਿਹੜੀਆਂ ਕੁਦਰਤ ਦੀਆਂ ਦਾਤਾਂ ਉਹਨਾਂ ਨੂੰ ਸੰਭਾਲਣਾ ਤੇ ਬਾਅਦ ਦੀ ਗੱਲ ਹੈ। ਪਹਿਲੀ ਗੱਲ ਅਸੀਂ ਇਹ ਤਾਂ ਵੇਖੀਏ ਸਾਡਾ ਧਰਾਤਲ ਕੀ ਆ, ਅਸੀਂ ਕਿਹੜੀ ਥਾਂ 'ਤੇ ਹਾਂ, ਸਾਡੀ ਧਰਤੀ ਕਿੱਦਾਂ ਦੀ ਆ। ਮੈਂ ਇੱਕ ਵਾਰੀ ਇੰਗਲੈਂਡ ਵਿੱਚ ਸਾਂ, ਉੱਥੇ ਕੁਝ ਦੋਸਤਾਂ ਨੇ ਮੈਨੂੰ ਆਖਿਆ ਕਿ ਅਸੀਂ ਪੰਜਾਬੀਆਂ ਦੇ ਵਿੱਚ ਅੱਜ ਰੇਡੀਓ 'ਤੇ ਇੱਕ ਕੋਈ ਸਵਾਲ ਇਹੋ ਜਿਹਾ ਪਾਉਣਾ ਚਾਹੁੰਦੇ ਹਾਂ, ਅਸੀਂ ਰੋਜ਼ ਇੱਕ ਮੁਕਾਬਲਾ ਕਰਾਉਂਦੇ ਹੁੰਦੇ ਹਾਂ ਕਿ ਸਰੋਤੇ ਦੱਸਣ ਕਿ ਇਸ ਸ਼ਬਦ ਦੇ ਕੀ ਅਰਥ ਆ। ਕੀ ਸਰੋਤਿਆਂ ਨੂੰ ਪਤਾ? ਤੁਸੀਂ ਸਾਨੂੰ ਕੋਈ ਇਹੋ ਜਿਹਾ ਲਫ਼ਜ਼ ਦੱਸੋ ਜਿਹਦਾ ਸਰੋਤਿਆਂ ਨੂੰ ਲੱਭਣ ਦੇ ਵਿੱਚ ਮੁਸ਼ਕਿਲ ਆਵੇ ਤੇ ਅਸੀਂ ਫਿਰ ਦੱਸ ਸਕੀਏ ਕਿ ਅਸਲ 'ਚ ਆਹ ਵਾ। ਕੋਈ ਗੱਲ ਇੱਦਾਂ ਦੀ ਦੱਸ ਦਿਓ। ਤੇ ਮੈਂ ਹਾਸੇ 'ਚ ਆਖਿਆ, ਮੈਂ ਕਿਹਾ ਸਰੋਤਿਆਂ ਨੂੰ ਪੁੱਛ ਲਓ ਪੰਜਾਬ 'ਚ ਦੁਆਬੇ ਕਿੰਨੇ ਹੁੰਦੇ ਆ। ਜਿਹੜਾ ਮਿੱਤਰ ਪੁੱਛਣ ਵਾਲਾ ਸੀ ਤੇ ਜਿਹੜਾ ਟੈਲੀਫੋਨ ਦੇ ਉੱਤੇ ਰੇਡੀਓ ਵਾਲਾ ਸੀ, ਉਹ ਦੋਵੇਂ ਜਣੇ ਹੱਸ ਪਏ, ਕਹਿੰਦੇ ਇਹ ਤਾਂ ਸਾਨੂੰ ਵੀ ਪਤਾ ਕਿ ਪੰਜਾਬ 'ਚ ਦੁਆਬਾ ਇੱਕੋ ਹੀ ਹੁੰਦਾ, ਹੋਰ ਕਿੰਨੇ ਕੁ ਹੁੰਦੇ ਆ। ਮੈਂ ਕਿਹਾ ਫਿਰ ਇਹੋ ਹੀ ਤੁਸੀਂ ਪੁੱਛ ਲਓ। ਫਿਰ ਤੁਸੀਂ ਪੁੱਛਦੇ ਰਹੋ। ਜਦੋਂ ਪ੍ਰੋਗਰਾਮ ਖਤਮ ਹੋਣ 'ਤੇ ਆਇਆ ਉਦੋਂ ਤੁਸੀਂ 2-3 ਮਿੰਟ ਮੈਨੂੰ ਦੇ ਦਿਓ, ਮੈਂ ਦੱਸ ਦੂੰਗਾ ਪੰਜਾਬ 'ਚ ਦੁਆਬੇ ਕਿੰਨੇ ਹੁੰਦੇ ਆ। ਔਰ ਉਹਨਾਂ ਨੂੰ ਪਤਾ ਹੀ ਨਹੀਂ ਸੀ। ਮੈਂ ਫਿਰ ਉਹਨਾਂ ਨੂੰ ਆਖਿਆ, ਮੈਂ ਕਿਹਾ ਅਜੋਕੇ ਪੰਜਾਬ ਦੇ ਵਿੱਚ 4 ਦੁਆਬੇ ਨੇ। ਇੱਕ ਦੁਆਬਾ ਜਿਹਨੂੰ ਤੁਸੀਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਨਵਾਂਸ਼ਹਿਰ ਦੁਆਬਾ ਕਹਿੰਦੇ ਹੋ, ਇਹ ਸਿਰਫ ਦੁਆਬਾ ਨਹੀਂ ਗਾ, ਇਹ ਬਿਸਤ ਦੁਆਬ ਆ। ਬਿਸਤ ਦੇ ਵਿੱਚ ਬੱਬੇ ਸਿਹਾਰੀ ਸਤਲੁਜ ਦਾ ਸੱਸਾ ਤੱਤਾ ਰਲਾ ਕੇ ਬਿਸਤ ਤਾਂ ਬਣਦਾ। ਇਹਦੇ ਤੋਂ ਜਦੋਂ ਹੇਠਾਂ ਜਾਂਦੇ ਆ, ਜਿਹਨੂੰ ਤੁਸੀਂ ਮਾਝਾ ਕਹੀ ਜਾਂਦੇ ਹੋ, ਇਹਨੂੰ ਬਾਰੀ ਦੁਆਬ ਕਹਿੰਦੇ ਆ। ਬਾਰੀ ਬੱਬਾ ਜਿਹੜਾ ਬਿਆਸ ਦਾ ਰਾਰੇ ਬਿਹਾਰੀ ਰਾਈ, ਉਹ ਜਿਹੜੀ ਉਹ ਰਾਵੀ ਦੀ ਹੈ। ਔਰ ਇਹੋ ਹੀ ਕਾਰਨ ਹੈ ਕਿ ਉੱਥੇ ਜਿਹੜੀਆਂ ਨਹਿਰਾਂ ਚੱਲਦੀਆਂ ਨੇ ਉਹਨਾਂ ਨੂੰ ਅੱਪਰ ਬਾਰੀ ਦੁਆਬ, ਲੋਅਰ ਬਾਰੀ ਦੁਆਬ ਹੈਗਾ ਤੇ ਤਾਂ ਹੀ ਉਹਨੂੰ ਬਾਰੀ ਦੁਆਬ ਕਹਿੰਦੇ ਆ ਨਾ, ਉਹ ਬਾਰੀ ਦੁਆਬ ਹੈ। ਜਦੋਂ ਅਸੀਂ ਰਾਵੀ ਤੋਂ ਪਰੇ ਟੱਪ ਜਾਂਦੇ ਹਾਂ ਉਹਨੂੰ ਫਿਰ ਰਚਨਾ ਦੁਆਬ ਕਹਿੰਦੇ ਆ। ਰਚਨਾ ਦੇ ਵਿੱਚ ਰਾਰਾ ਰਾਵੀ ਦਾ ਹੈ ਤੇ ਚਨਾਬ ਦੇ ਚੱਚਾ ਤੇ ਨੰਨੇ ਕੰਨਾ, ਉਹ ਰਚਨਾ ਦੁਆਬ ਬਣਦਾ। ਜਦੋਂ ਰਚਨਾ ਦੁਆਬ ਤੋਂ ਬਾਅਦ ਚਨਾਬ ਟੱਪ ਜਾਓ, ਇੱਕ ਸਾਡਾ ਪੰਜਾਬ ਦਾ ਦੁਆਬ ਉੱਥੇ ਵੀ ਆ, ਉਹ ਵੀ ਦੁਆਬਾ ਹੈ। ਅਸੀਂ ਉਰਲੇ ਪਾਸੇ ਉਹਨੂੰ ਚਨਾਬ ਕਹਿੰਦੇ ਹਾਂ, ਜਿਹੜੇ ਪਰਲੇ ਪਾਸੇ ਵਾਲੇ ਉਹ ਚਨਾਬ ਨਹੀਂ ਚਨਾਹ ਕਹਿੰਦੇ ਆ। ਸੋਹਣੀ ਮਹੀਂਵਾਲ ਦੇ ਵਿੱਚ ਵੀ ਆਉਂਦਾ ਪਾਣੀ ਇਸ਼ਕ ਚਨਾਹ ਦਾ, ਜਾਦੂਗਰ ਵਹੇ। ਜਿਹੜਾ ਉਹ ਝੱਜਾ ਉਹਨੂੰ ਜੇਲਮ ਦੇ ਨਾਲ ਲਾ ਕੇ ਉਹਨੂੰ ਝੱਜ ਦੁਆਬ ਕਹਿੰਦੇ ਆ। ਆ ਪੰਜਾਬ ਦੇ ਵਿੱਚ ਜਿਹੜੀ ਝੱਜ ਗੋਤ ਹੈ ਇਹ ਉਸ ਝੱਜ ਦੁਆਬ ਦੇ ਵਿੱਚੋਂ ਆਈ ਹੈ। ਮੈਂ ਫਿਰ ਜਦੋਂ ਦੱਸਿਆ ਕਿ ਪੰਜਾਬ ਦੇ ਵਿੱਚ 4 ਦੁਆਬੇ ਨੇ ਤੇ ਲੋਕਾਂ ਨੂੰ ਪਤਾ ਹੀ ਨਹੀਂ ਸੀ, ਉਹ ਇੱਕ ਦੂਸਰੇ ਨੂੰ ਪੁੱਛਣ ਵੀ ਇਹ ਠੀਕ ਕਹਿੰਦਾ ਕਿ ਐਵੇਂ ਟਰਪਲ ਮਾਰ ਕੇ ਤੁਰ ਚੱਲਿਆ। ਅਗਲੇ ਦਿਨ ਫਿਰ ਮੈਨੂੰ ਉਹਨੇ ਰੇਡੀਓ ਵਾਲੇ ਨੇ ਫੋਨ ਕਰਕੇ ਪੁੱਛਿਆ, ਕਹਿੰਦਾ ਜੀ ਸੱਚੀ ਮੁੱਚੀ 4 ਹੈ? ਮੈਂ ਕਿਹਾ ਸੱਚੀ ਮੁੱਚੀ ਪੁੱਛਦਾ ਤੇ ਜੇ ਸਾਂਝਾ ਪੰਜਾਬ ਰਹਿੰਦਾ, ਹਰਿਆਣਾ ਵੱਖ ਨਾ ਹੋ ਗਿਆ ਹੁੰਦਾ ਤੇ ਸਾਡੇ ਕੋਲ ਇੱਕ 5ਵਾਂ ਦੁਆਬਾ ਵੀ ਹੈਗਾ,
ਤੁਸੀਂ ਤਾਂ 4 ਦੁਆਬਿਆਂ ਤੋਂ ਹੈਰਾਨ ਹੋਣੇ, 5ਵਾਂ ਵੀ ਹੈਗਾ। ਕਹਿੰਦਾ 5ਵਾਂ ਕਿਹੜਾ? ਮੈਂ ਫਿਰ ਹੌਲੀ ਜਿਹੀ ਆਖਿਆ, ਮੈਂ ਕਿਹਾ ਘੱਗਰ ਤੇ ਜਮਨਾ ਦੇ ਵਿਚਾਲੇ ਦਾ ਜਿਹੜਾ ਦੁਆਬਾ ਹੈ ਉਹਨੂੰ ਮੈਣ ਦੁਆਬ ਕਹਿੰਦੇ ਆ, ਉਹਨੂੰ ਇਹ ਵੀ ਨਹੀਂ ਸੀ ਪਤਾ। ਮੈਂ ਕਿਹਾ ਸਾਡੇ ਪੰਜਾਬ ਦੇ ਵਿੱਚ ਇੰਨੇ ਆ। ਫਿਰ ਮੈਂ ਉਹਨੂੰ ਆਖਿਆ, ਮੈਂ ਕਿਹਾ ਤੁਹਾਨੂੰ ਇਹ ਪਤਾ ਕਿ ਮਾਲਵਾ ਕਿੱਥੇ ਆ? ਕਹਿੰਦਾ ਮਾਲਵਾ ਸਾਰਿਆਂ ਨੂੰ ਪਤਾ, ਇਹ ਲੁਧਿਆਣੇ ਪਟਿਆਲੇ ਤੋਂ ਲੈ ਲਓ ਤੇ ਉਹ ਫਾਜ਼ਿਲਕਾ ਬੋਰ ਤੱਕ ਚੱਲ ਜਾਓ, ਫਿਰੋਜ਼ਪੁਰ ਫਰੀਦਕੋਟ, ਇਹ ਸਾਰਾ ਮਾਲਵਾ। ਮੈਂ ਕਿਹਾ ਬਸ ਇਹੋ ਹੀ ਹੈ? ਕਹਿੰਦਾ ਇਹੋ ਹੀ ਆ। ਮੈਂ ਕਿਹਾ ਭਾਰਤ ਵਿੱਚ 2 ਮਾਲਵੇ ਹੈ, ਤੈਨੂੰ ਇਹ ਵੀ ਨਹੀਂ ਪਤਾ? ਇੱਕ ਮਾਲਵਾ ਉਹ ਜਿਹੜਾ ਸਾਡੇ ਪੰਜਾਬ ਦੇ ਵਿੱਚ ਹੈ, ਜਿਹੜਾ ਤੂੰ ਦੱਸਿਆ। ਦੂਸਰਾ ਮਾਲਵਾ ਰਾਜਸਥਾਨ ਤੇ ਮੱਧ ਪ੍ਰਦੇਸ਼ ਦੇ ਵਿਚਾਲੇ ਆ, ਉਹ ਵੀ ਮਾਲਵਾ ਹੈ। ਤੂੰ ਮੈਂ ਕਿਹਾ ਥੋੜ੍ਹਾ ਬਹੁਤ ਇਹਨੂੰ ਵੀ ਵੇਖਣ ਦਾ ਯਤਨ ਕਰੀ। ਇਹ ਤਾਂ ਇੱਥੋਂ ਦੀ ਗੱਲ ਹੋ ਗਈ। ਹੁਣ ਮੈਂ ਆ ਜਾਵਾਂ ਪੰਜਾਬੀ ਬੋਲੀ ਦੇ ਉੱਤੇ। ਜਿਸ ਤਰ੍ਹਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਪਤਾ ਨਹੀਂ, ਪੰਜਾਬ ਦੇ ਕਲਚਰ ਦਾ ਪੁਰਾਣਾ ਚੇਤਾ ਭੁੱਲ ਗਿਆ। ਬਹੁਤ ਸਾਰੀਆਂ ਗੱਲਾਂ ਮੈਂ ਇੱਕ ਦਿਨ ਕਹਿਤਾ ਕਿਸੇ ਥਾਂ ਤੇ, ਮੈਂ ਕਿਹਾ ਹਰ ਥਾਂ ਤੇ ਹੁਣ ਕੋਈ ਛਵੀਆਂ ਗੰਡਾਸੇ ਚੁੱਕੀ ਫਿਰਦਾ। ਕਹਿੰਦੇ ਛਵੀ ਕੀ ਹੁੰਦੀ ਹੈ? ਮੈਨੂੰ ਦੱਸਣ ਦੇ ਉੱਤੇ ਬਹੁਤ ਜ਼ੋਰ ਲਾਉਣਾ ਪਿਆ ਸੀ, ਪਰ ਹੁਣ ਮੈਂ ਦੱਸਾਂ ਕਿਹਨੂੰ? ਉਸ ਪੀੜ੍ਹੀ ਨੂੰ ਦੱਸਾਂ ਜਿਨ੍ਹਾਂ ਦੇ ਮਾਂ-ਬਾਪ ਪਿੰਡ ਵਿੱਚ ਆਏ ਗਏ ਨੂੰ ਪਛਾਣ ਲੈਂਦੇ ਸੀ। ਹੁਣ ਉਹ ਕਹਿੰਦੇ ਜੀ ਅਸੀਂ ਤਾਂ ਪਛਾਣ ਲਿਆ ਤੇ ਪਹਿਚਾਣ ਲਿਆ ਦਾ ਉਹਨਾਂ ਨੂੰ ਫਰਕ ਹੀ ਨਹੀਂ ਪਤਾ ਲੱਗਦਾ। ਉਹ ਪਿੰਡਾਂ ਵਿੱਚ ਰਹਿੰਦੇ ਹੁੰਦੇ ਸੀ, ਉਦੋਂ ਛੱਪੜ ਵਿੱਚ ਵੀ ਤੇ ਨਹਿਰ ਵਿੱਚ ਵੀ ਤਰਨ ਜਾਂਦੇ ਹੁੰਦੇ ਸੀ। ਹੁਣ ਤੈਰਨ ਜਾਂਦੇ ਆ। ਤੇ ਮੈਂ ਜਦੋਂ ਇੱਕ ਵਾਰੀ ਇਹ ਗੱਲ ਆਖੀ ਦੂਰਦਰਸ਼ਨ ਤੇ ਕਿ ਤਰਨਾ ਹੁੰਦਾ, ਤੈਰਨਾ ਨਹੀਂ ਹੁੰਦਾ, ਤੇ ਉਹ ਮੈਨੂੰ ਕਹਿੰਦੇ ਜੀ ਤੁਹਾਨੂੰ ਜ਼ਿਆਦਾ ਪਤਾ, ਸਾਰੇ ਲੋਕ ਤੈਰਨਾ ਲਿਖਦੇ ਆ। ਮੈਂ ਕਿਹਾ ਫਿਰ ਸਾਡੇ ਕੋਲ ਇੱਕ ਸ਼ਹਿਰ ਆ ਤਰਨ ਤੇ ਤਾਰਨ, ਵੀ ਆਪ ਵੀ ਤਰਨਾ ਤੇ ਦੂਸਰਿਆਂ ਨੂੰ ਵੀ ਤਾਰ ਦੇਣਾ। ਉਹਦਾ ਨਾਂ ਫਿਰ ਤੈਰਨ ਕਰੋਗੇ? ਕੀ ਹੁਣ ਤੁਸੀਂ ਉਹ ਵੀ ਬਦਲ ਦਿਓਗੇ? ਅਸੀਂ ਤਾਂ ਇਹ ਸੁਣਦੇ ਹੁੰਦੇ ਸੀ ਫਲਾਣੇ ਨੇ ਫਲਾਣੇ ਨੂੰ ਇੰਨੇ ਪੈਸਿਆਂ ਦੇ ਵਿੱਚ ਇੰਨੀ ਛੋਟ ਦੇ ਦਿੱਤੀ। ਹੁਣ ਛੋਟ ਗਈ ਆ, ਹੁਣ ਤਾਂ ਕਹਿੰਦੇ ਜੀ ਛੂਟ ਦੇ ਦਿੱਤੀ। ਇਹ ਛੂਟ ਜਿਹੜੀ ਆ, ਸਾਡੇ ਤਾਂ ਕਹਿੰਦੇ ਹੁੰਦੇ ਸੀ ਮੁੰਡਾ ਛੂਟ ਵੱਟ ਕੇ ਦੌੜ ਗਿਆ। ਹੁਣ ਇਹ ਕਹਿੰਦੇ ਪੈਸਿਆਂ ਦੇ ਵਿੱਚ ਵੀ ਛੂਟ ਦੇ ਦਿੱਤੀ, ਕੰਮ ਦੇ ਵਿੱਚ ਵੀ ਛੂਟ ਦੇ ਦਿੱਤੀ। ਕਮਾਲ ਹੋ ਗਈ ਆ ਬਈ, ਇਹ ਤਾਂ ਛੂਟ ਦੇਣ ਲੱਗ ਪਏ ਨੇ। ਇਹ ਜਿਹੜੀ ਇੱਥੋਂ ਤੱਕ ਬੋਲੀ ਤੁਰੀ ਜਾਂਦੀ ਆ, ਜਿਸ ਤਰ੍ਹਾਂ ਇਹ ਹੌਲੀ ਹੌਲੀ ਕਈ ਚੀਜ਼ਾਂ ਛੱਡੀ ਜਾਂਦੇ ਆ, ਉਹਦੇ ਨਾਲ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਪੰਜਾਬ ਦੇ ਸੱਭਿਆਚਾਰ ਦੀਆਂ ਵੀ ਛੱਡੀ ਜਾਂਦੇ ਆ। ਮੈਂ ਇਹ ਸਾਰੀਆਂ ਗੱਲਾਂ ਇਸ ਕਰਕੇ ਕਹਿਣਾ ਕਿ ਸਾਡੇ ਪੰਜਾਬੀ ਦੇ ਮਾਣਮੱਤੇ ਕਵੀ ਫਿਰੋਜ਼ਦੀਨ ਸ਼ਰਫ ਨੇ 2 ਗੱਲਾਂ ਬੜੀਆਂ ਸ਼ਾਨਦਾਰ ਆਖੀਆਂ ਨੇ। ਪਹਿਲੀ ਗੱਲ ਤਾਂ ਉਹਨਾਂ ਨੇ ਇਹ ਆਖੀ ਹੈ, ਮੈਨੂੰ ਮਾਂ ਦੇ ਦੁੱਧ ਦੀ ਮਹਿਕ ਆਉਂਦੀ ਸ਼ਰਫ ਜਦੋਂ ਪੰਜਾਬੀ ਮੈਂ ਬੋਲਦਾ ਹਾਂ। ਅਸੀਂ ਜਦੋਂ ਪੰਜਾਬੀ ਬੋਲਦੇ ਹਾਂ, ਇਸ ਪੰਜਾਬੀ 'ਚ ਸਾਡੀ ਮਾਂ ਨੇ ਲੋਰੀਆਂ ਦਿੱਤੀਆਂ ਸੀ, ਸਾਨੂੰ ਗੋਦੀ ਚੁੱਕ ਕੇ ਖਿਡਾਇਆ ਸੀ, ਸਾਨੂੰ ਗੋਪੀਆਂ ਆਉਂਦੀਆਂ ਦੀਆਂ ਕਹਾਣੀਆਂ ਸੁਣਾਈਆਂ ਸਨ, ਸਾਨੂੰ ਕਾਂ ਗਲੇਲਾ ਦੱਸੇ ਸਨ, ਜਿਨ੍ਹਾਂ ਦੇ ਵਿੱਚ ਆਖਿਆ ਸੀ ਕਾਂ ਗਲੇਲਾ ਸੁੱਟੇ ਨਾ, ਚਿੜੀ ਵਿਚਾਰੀ ਕੀ ਕਰੇ ਤੇ ਠੰਡਾ ਪਾਣੀ ਪੀ ਮਰੇ। ਜੋ ਕੁਝ ਅਸੀਂ ਪੰਜਾਬੀ ਦਾ ਮਾਂ ਦਾ ਦੁੱਧ ਚੁੰਘਦਿਆਂ ਸਿੱਖਿਆ ਸੀ, ਉਹ ਪੰਜਾਬੀ ਅਸੀਂ ਹੁਣ ਭੁਲਾਈ ਜਾਂਦੇ ਹਾਂ। ਇਹ ਸ਼ਰਫ ਨੇ ਆਖਿਆ, ਮੈਨੂੰ ਮਾਂ ਦੇ ਦੁੱਧ ਦੀ ਮਹਿਕ ਆਉਂਦੀ ਸ਼ਰਫ ਜਦੋਂ ਪੰਜਾਬੀ ਮੈਂ ਬੋਲਦਾ ਹਾਂ। ਤੇ ਦੂਜੀ ਗੱਲ ਉਹਨੇ ਹੌਕੇ ਨਾਲ ਆਖੀ, ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਹੁਣ ਤੁਸੀਂ ਬਾਤ ਤੇ ਬਾਤ ਵਿੱਚ ਉਲਝ ਸਕਦੇ ਹੋ। ਮਾਝੇ ਵਿੱਚ ਚਲੇ ਜਾਓ, ਅਜੇ ਵੀ ਤੁਹਾਨੂੰ ਬਹੁਤੇ ਲੋਕ ਬਾਤ ਦੇ ਬਜਾਏ ਬਾਤ ਕਹਿੰਦੇ ਮਿਲਣਗੇ। ਅਜੇ ਵੀ ਤੁਹਾਨੂੰ ਬਹੁਤੇ ਲੋਕ ਇਹ ਕਹਿਣਗੇ ਕਿ ਕੱਲ ਪੰਨੂ ਆਇਆ ਹੀ, ਉਹ ਸੀ ਨਹੀਂ ਕਹਿੰਦੇ, ਆਇਆ ਸੀ ਨਹੀਂ ਕਹਿਣਗੇ, ਉਹ ਕਹਿਣਗੇ ਆਇਆ ਹੀ ਤੇ ਸੀ। ਇਹ ਉਹਨਾਂ ਦੇ ਲੋਕਲ ਡਾਇਲੈਕਟ ਵਿੱਚ ਹੈ, ਸਥਾਨਕ ਬੋਲੀ ਵਿੱਚ ਹੈ। ਉਹ ਜਿਹੜੀ ਸਥਾਨਕ ਬੋਲੀ ਵਿੱਚ ਹੈ, ਉਹ ਸਥਾਨਕ ਬੋਲੀ ਵਿੱਚ ਉਹਨੇ ਆਖਿਆ ਪੁੱਛੀ ਬਾਤ ਨਾ ਜਿਨ੍ਹਾਂ ਨੇ ਸ਼ਰਫ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਹੁਣ ਜਿਹੜੀ ਉਹਨਾਂ ਪੰਜਾਬੀਆਂ ਦੀ ਬੋਲੀ ਸੀ, ਉਹਨੂੰ ਬੋਲੀ ਨੂੰ ਅਸੀਂ ਸੰਭਾਲਣ ਵਿੱਚ, ਉਹਨੂੰ ਸਮਝਣ ਵਿੱਚ ਨਾਕਾਮ ਰਹੇ। ਉਸ ਬੋਲੀ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਸੀ ਸਾਡੇ ਸੱਭਿਆਚਾਰ ਦੀਆਂ, ਜਿਹੜੀਆਂ ਸੰਭਾਲੀਆਂ ਜਾ ਸਕਦੀਆਂ ਸੀ, ਪਰ ਅਸੀਂ ਸੰਭਾਲ ਨਹੀਂ ਸਕੇ। ਮੈਨੂੰ ਇੱਕ ਦਿਨ ਇੱਕ ਸਾਹਿਤਕਾਰ ਨੇ ਗੱਲ ਸੁਣਾਈ ਕਿ ਰਵਿੰਦਰਨਾਥ ਟੈਗੋਰ ਨੂੰ ਗੀਤਾਂਜਲੀ ਦੇ ਉੱਤੇ ਨੋਬਲ ਪ੍ਰਾਈਜ਼ ਮਿਲਿਆ ਸੀ। ਕਹਿੰਦੇ ਜਦੋਂ ਉਹ ਪੰਜਾਬ ਵਿੱਚ ਆਏ ਰਵਿੰਦਰਨਾਥ ਟੈਗੋਰ, ਇੱਥੇ ਉਹਨਾਂ ਨੇ ਪੰਜਾਬ ਦੇ ਕਲਚਰ ਨੂੰ ਮਾਣਿਆ, ਇੱਥੇ ਉਹਨਾਂ ਨੇ ਭੰਗੜਾ ਪੈਂਦਾ ਤੇ ਬੋਲੀਆਂ ਪੈਂਦੀਆਂ ਵੇਖੀਆਂ। ਤੇ ਜਦੋਂ ਇਹ ਬੋਲੀ ਉੱਥੇ ਪਾਈ ਗਈ, ਪੱਲਾ ਮਾਰ ਕੇ ਬੁਝਾ ਗਈ ਦੀਵਾ, ਅੱਖ ਨਾਲ ਗੱਲ ਕਰ ਗਈ, ਤੇ ਉਹਨਾਂ ਨੇ ਆਖਿਆ ਟਰਾਂਸਲੇਟ ਕਰਕੇ ਦੱਸੋ। ਉਹਨਾਂ ਨੂੰ ਤਰਜਮਾ ਕਰਕੇ ਅਨੁਵਾਦ ਕਰਕੇ ਦੱਸਿਆ ਗਿਆ। ਤੇ ਰਵਿੰਦਰਨਾਥ ਟੈਗੋਰ ਨੇ ਆਖਿਆ ਐਡੀ ਅਮੀਰ ਪੰਜਾਬੀ, ਜੇ ਮੈਨੂੰ ਪਤਾ ਹੋਵੇ ਕਿ ਪੰਜਾਬੀ ਇੰਨੀ ਅਮੀਰ ਹੈ ਤੇ ਮੇਰੀ ਜਿਹੜੀ ਗੀਤਾਂਜਲੀ ਦੇ ਉੱਤੇ ਦੁਨੀਆ ਪੱਧਰ ਦਾ ਅਵਾਰਡ ਮਿਲਿਆ, ਮੈਂ ਉਹੋ ਜਿਹੀਆਂ ਕਈ ਗੀਤਾਂਜਲੀਆਂ ਤੁਹਾਡੀ ਐਸ ਇੱਕ ਤੁਕ ਤੋਂ, ਪੱਲਾ ਮਾਰ ਕੇ ਬੁਝਾ ਗਈ ਦੀਵਾ, ਅੱਖ ਨਾਲ ਗੱਲ ਕਰ ਗਈ, ਮੈਂ ਇਹਦੇ ਉੱਤੋਂ ਹੀ ਵਾਰ ਦਿਆਂ। ਇਕੱਲਾ ਇਹੋ ਨਹੀਂ, ਸਾਡੀਆਂ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਪੰਜਾਬੀ ਦੇ ਅਰਥਾਂ ਦੇ ਕਈ ਅਰਥ ਨਿਕਲ ਸਕਦੇ ਨੇ। ਮੈਂ ਮਿਸਾਲ ਦੇ ਤੌਰ ਤੇ ਇੱਕ ਵਾਰੀ ਅੰਮ੍ਰਿਤਸਰ ਅੱਡੇ ਵਿੱਚ ਖੜਾ ਸਾਂ। ਸਾਡੇ ਕੋਲ ਇੱਕ ਡਰਾਈਵਰ ਸੱਜਣ ਗੱਲਾਂ ਕਰਦਾ ਪਿਆ ਸੀ, ਬੱਸ ਉਹਦੀ ਖੜੀ ਸੀ। ਡਰਾਈਵਰ ਨੇ
ਬਦਕਿਸਮਤੀ ਨਾਲ ਕਈ ਵਾਰੀ ਡਰਾਈਵਰ ਇਸ ਤਰ੍ਹਾਂ ਕਰ ਲੈਂਦੇ ਆ। ਹੁਣ ਮੈਂ ਦੱਸਣਾ ਨਹੀਂ ਕਿਹੜੀ ਕੰਪਨੀ ਦਾ ਸੀ, ਸਰਕਾਰੀ ਸੀ ਕਿ ਪ੍ਰਾਈਵੇਟ ਸੀ। ਉਹਨੇ ਕਿਤੇ ਦੁਪਹਿਰੇ ਨੁੱਕਰ 'ਚ ਖਲੋ ਕੇ ਇੱਕ ਅੱਧਾ ਪੈਗ ਲਾ ਲਿਆ ਸੀ। ਉਹਨੂੰ ਕਿਸੇ ਨੇ ਆ ਕੇ ਪੁੱਛਿਆ, ਭਾਜੀ ਆਹ ਬੱਸ ਕਿਹੜੇ ਡਰਾਈਵਰ ਦੀ ਆ? ਕਹਿੰਦਾ ਮੇਰੀ ਆ। ਤੇ ਉਹ ਮੁਸਾਫਰ ਅੱਗੋਂ ਪੁੱਛਦਾ, ਕਹਿੰਦਾ ਕਦੋਂ ਕੁ ਤੋਰਨੀ ਆ? ਤੇ ਡਰਾਈਵਰ ਨੇ ਪਤਾ ਕੀ ਆਖਿਆ, ਤੂੰ ਤੋਰਨੀ ਤੇ ਆ ਜਾ, ਅਸੀਂ ਤਾਂ ਲਿਜਾਣੀ ਆ। ਤੋਰਨੀ ਤੇ ਲਿਜਾਣੀ ਦਾ ਫਰਕ ਕੀ ਆ? ਸਾਡੇ ਘਰਾਂ 'ਚ ਧੀ ਭੈਣ ਤੋਰਨੀ ਨੂੰ ਕਹਿੰਦੇ ਆ ਜਦੋਂ ਡੋਲਾ ਤੁਰਿਆ ਜਾਂਦਾ। ਉਹਨੇ ਸ਼ਰਾਬੀ ਹੋਏ ਨੇ ਐਡੀ ਪੁੱਠੀ ਗੱਲ ਕਰਤੀ ਕਿ ਦੋਵਾਂ ਨੇ ਇੱਕ ਦੂਸਰੇ ਦੇ ਜੁੰਡੇ ਫੜ ਲਏ। ਪਰ ਸਵਾਲ ਇਹ ਆ ਕਿ ਇਸ ਇੱਕ ਇੱਕ ਲਫ਼ਜ਼ ਦੇ ਵਿੱਚ ਪੰਜਾਬੀ 'ਚ ਕਿੰਨੇ ਕਿੰਨੇ ਵੱਡੇ ਅਰਥ ਆ। ਹੁਣ ਅੱਜ ਜਿੱਥੇ ਅਸੀਂ ਪਹੁੰਚੇ ਪਏ ਹਾਂ, ਇੱਥੇ ਤਾਂ ਉਹ ਪੰਜਾਬੀ ਨਹੀਂ ਰਹਿ ਗਈ। ਮੈਨੂੰ ਉਦੋਂ ਬਹੁਤ ਹੈਰਾਨੀ ਹੁੰਦੀ ਆ ਜਦੋਂ ਮੈਨੂੰ ਕੋਈ ਪੜ੍ਹਿਆ ਲਿਖਿਆ, ਇੱਕ ਦਿਨ ਇੱਕ ਪੰਜਾਬੀ ਦੇ ਪ੍ਰੋਫੈਸਰ ਸਾਹਿਬ ਉਹ ਮੇਰੇ ਕੋਲ ਬੈਠੇ ਸਨ। ਉਹ ਕਹਿੰਦੇ ਉਹ ਪਰਲੇ ਪਾਸਿਓਂ ਨਾ ਮੈਨੂੰ ਉਹ ਪੈਨ ਫੜਾਇਓ। ਮੈਂ ਪੈਨ ਫੜਾਉਣ ਲੱਗਾ, ਕਹਿੰਦਾ ਇਹ ਨਹੀਂ, ਨੀਲੇ ਵਾਲਾ। ਮੈਂ ਕਿਹਾ ਨੀਲੇ ਵਾਲਾ? ਨੀਲੇ ਵਾਲਾ ਕਿਉਂ? ਤੂੰ ਸਿੱਧਾ ਕਹਿ ਵੀ ਨੀਲਾ ਪੈਨ ਫੜਾ, ਨੀਲੇ ਵਾਲਾ ਕਿਉਂ ਕਹਿਣਾ? ਇੱਕ ਮਿੰਟ ਸੋਚ ਕੇ ਕਹਿੰਦਾ ਹਾਂ ਗੱਲ ਤੁਹਾਡੀ ਠੀਕ ਆ। ਹੁਣ ਇੱਥੇ ਨੀਲੇ ਵਾਲਾ, ਪੀਲੇ ਵਾਲਾ, ਕਾਲੇ ਵਾਲਾ, ਇਹ ਕੀ ਅਸੀਂ ਕਿਹੜੀ ਕਿਸਮ ਦੀ ਪੰਜਾਬੀ ਬੋਲਦੇ ਪਏ ਹਾਂ? ਇਹ ਵੀ ਚੱਲ ਪਿਆ। ਇਹਦੇ ਤੋਂ ਵੀ ਅੱਗੇ ਚੱਲ ਕੇ ਤੁਸੀਂ ਵੇਖੋ ਕਿ ਅਸੀਂ ਬਹੁਤ ਕੁਝ ਪੰਜਾਬੀ ਦਾ ਹੋਰ ਵੀ ਵਿਗਾੜ ਕੇ ਬੋਲਦੇ ਹਾਂ। ਅੱਜ ਕੱਲ੍ਹ ਕਿਸੇ ਥਾਂ 'ਤੇ ਛਿੰਝ ਪੈਂਦੀ ਹੋਵੇ, ਕਿਸੇ ਥਾਂ ਅਖਾੜੇ ਲੱਗੇ ਹੋਣ, ਕਿਸੇ ਥਾਂ 'ਤੇ ਖੇਡ ਮੇਲਾ ਹੋਵੇ, ਉਹਦੀ ਖਬਰ ਆਉਂਦੀ ਹੈ। ਇਹ ਕੋਈ ਕਹਿੰਦਾ ਹੀ ਨਹੀਂ ਕਿ ਇੱਥੇ ਕੋਈ ਖੇਡ ਮੇਲਾ ਹੋਇਆ ਸੀ ਜਾਂ ਕਿਸੇ ਨੇ ਖੇਡ ਮੇਲਾ ਕਰਾਇਆ ਸੀ। ਕਹਿੰਦੇ ਖੇਡ ਮੇਲਾ ਆਯੋਜਿਤ ਕੀਤਾ ਗਿਆ। ਤੁਸੀਂ ਸਿੱਧੀ ਬੋਲੀ ਵਿੱਚ, ਉਸ ਬੋਲੀ ਵਿੱਚ ਜਿਹੜੀ ਤੁਹਾਡੀ ਕੀਤੀ ਗੱਲ ਹਰ ਕੋਈ ਸਮਝ ਸਕੇ, ਤੁਸੀਂ ਇਹ ਖੇਡ ਕਿਉਂ ਨਹੀਂ ਕਹਿੰਦੇ ਖੇਡ ਮੇਲਾ ਕੀਤਾ ਗਿਆ, ਖੇਡ ਮੇਲਾ ਕਰਵਾਇਆ ਗਿਆ? ਇਹ ਕਿੱਦਾਂ ਦੀ ਗੱਲ ਹੈ? ਹੁਣ ਹਰ ਗੱਲ 'ਤੇ ਕਿਹਾ ਜਾਣ ਲੱਗ ਪਿਆ। ਸਰਕਾਰ ਨੇ ਵਿਕਾਸ ਵਾਸਤੇ ਇੱਕ ਕਮੇਟੀ ਗਠਿਤ ਕੀਤੀ, ਪੁਲਿਸ ਅਫਸਰਾਂ ਨੇ ਕਤਲ ਦੀ ਜਾਂਚ ਵਾਸਤੇ ਇੱਕ ਕਮੇਟੀ ਗਠਿਤ ਕੀਤੀ, ਇਸ ਕਮੇਟੀ ਦਾ ਗਠਨ ਕੀਤਾ ਗਿਆ। ਤੁਸੀਂ ਸਿੱਧੀ ਬੋਲੀ ਚੱਕ ਕੇ ਉਹਨਾਂ ਇੱਕ ਕਮੇਟੀ ਬਣਾਤੀ। ਕਮੇਟੀ ਬਣਾਈ ਨਹੀਂ ਕਹਿਣਾ, ਗਠਿਤ ਕੀਤੀ ਗਈ। ਹੁਣ ਅੱਜ ਕੱਲ੍ਹ ਇੱਕ ਹੋਰ ਕੰਮ ਚੱਲ ਪਿਆ, ਕਿਸੇ ਵੀ ਥਾਂ 'ਤੇ ਕੁਛ ਹੁੰਦਾ, ਇਹ ਵਾਰਦਾਤ ਅੰਜਾਮ ਦਿੱਤੀ ਗਈ। ਮੈਂ ਅੱਜ ਵੀ ਪੜ੍ਹਦਾ ਹਟਿਆ, ਕਹਿੰਦੇ ਫਲਾਣੇ ਥਾਂ ਦੇ ਉੱਤੇ ਲੁਟੇਰਿਆਂ ਨੇ ਇੱਕ ਲੁੱਟ ਨੂੰ ਅੰਜਾਮ ਦਿੱਤਾ। ਵੀ ਤੁਸੀਂ ਸਿੱਧਾ ਕਹੋ ਲੁਟੇਰੇ ਆਏ ਸੀ, ਲੁੱਟ ਖੋਹ ਕਰਕੇ ਤੇ ਭੱਜ ਭੁੱਜ ਗਏ ਆ, ਹੁਣ ਨਹੀਂ ਉੱਥੇ ਹੈਗੇ। ਉਹਦੀ ਥਾਂ 'ਤੇ ਕਹਿੰਦੇ ਲੁਟੇਰਿਆਂ ਨੇ ਲੁੱਟ ਨੂੰ ਅੰਜਾਮ ਦਿੱਤਾ। ਇਹ ਕਿੱਦਾਂ ਦੀ ਬੋਲੀ ਆ? ਅਸੀਂ ਕੀ ਕੁਝ ਕਰਦੇ ਪਏ ਹਾਂ? ਇਹ ਅੰਜਾਮ ਉਰਦੂ ਦਾ ਸ਼ਬਦ ਇਹਦੇ ਵਿੱਚ ਲਿਆ ਕੇ ਵੜਨ ਦੀ ਕੀ ਲੋੜ ਹੈ? ਤੋਂ ਬਗੈਰ ਸਰਦਾ ਨਹੀਂ। ਇੱਕ ਸਾਡੇ ਕੁਝ ਲੋਕਾਂ ਨੂੰ ਇਹੋ ਜਿਹਾ ਚਸਕਾ ਵੀ ਹੈ ਕਿ ਜੇ ਅਸੀਂ ਉਰਦੂ ਦੇ ਭਾਰੇ ਭਾਰੇ ਲਫ਼ਜ਼ ਵਰਤੀਏ ਤੇ ਸ਼ਾਇਦ ਅਸੀਂ ਦੂਸਰਿਆਂ ਨਾਲੋਂ ਥੋੜ੍ਹੇ ਜਿਹੇ ਸਿਆਣੇ ਹੋ ਜਾਈਏ। ਇੱਦਾਂ ਸਿਆਣੇ ਨਹੀਂ ਲੱਗੀਦਾ। ਕਦੇ ਕਦੇ ਆਪਣਾ ਜਲੂਸ ਵੀ ਕਢਾ ਲਈਦਾ। ਅਸੀਂ ਇੱਕ ਵਾਰੀ ਦੂਰਦਰਸ਼ਨ ਦੇ ਵਿੱਚ ਜਾਂਦੇ ਪਏ ਸਾਂ, ਹੁਣ ਫਿਰ ਮੈਨੂੰ ਦੂਰਦਰਸ਼ਨ ਦਾ ਜ਼ਿਕਰ ਇਸ ਕਰਕੇ ਵਾਰ-ਵਾਰ ਕਰਨਾ ਪੈ ਰਿਹਾ ਕਿਉਂਕਿ ਦੂਰਦਰਸ਼ਨ ਦੇ ਵਿੱਚ ਤਕਰੀਬਨ 20-25 ਸਾਲ ਮੈਂ ਲਗਾਤਾਰ ਜਾਂਦਾ ਰਿਹਾ। ਉੱਥੇ ਅਸੀਂ ਜਾਂਦੇ ਪਏ ਸਾਂ, ਇੱਕ ਬੜੇ ਉੱਘੇ ਪੱਤਰਕਾਰ ਔਰ ਸੀਨੀਅਰ ਅਫਸਰ ਦੇ ਕੋਲ ਇੱਕ ਕਲਾਕਾਰ ਨੇ ਆ ਕੇ ਗੋਡੀ ਹੱਥ ਲਾਏ। ਉਹਨੇ ਉਹਦੇ ਸਿਰ ਤੇ ਪਿਆਰ ਦਿੱਤਾ ਤੇ ਉਸ ਸੀਨੀਅਰ ਨੂੰ ਹੌਲੀ ਜਿਹੀ ਸਿਰ ਤੇ ਪਿਆਰ ਦੇ ਕੇ ਆਖਿਆ, ਸੁਣਾ ਵੀ ਪੁੱਤਰਾ ਕੀ ਹਾਲ ਨੇ? ਅੱਗੋਂ ਪੁੱਤਰ ਦੇ ਸਿਰ ਤੇ ਉਰਦੂ ਸਵਾਰ ਸੀ, ਕਹਿੰਦਾ ਜਨਾਬ ਦੇ ਦੀਦਾਰ ਕਰਕੇ ਆਤਮਾ ਨੇਸਤੋ ਨਾਬੂਦ ਹੋ ਗਈ। ਨੇਸਤੋ ਨਾਬੂਦ ਦਾ ਮਤਲਬ ਹੁੰਦਾ ਕਿ ਸਭ ਕੁਝ ਤਬਾਹ ਹੋ ਗਿਆ, ਰਿਹਾ ਹੀ ਕੱਖ ਨਹੀਂ। ਉਹ ਤੇ ਇੰਨੀ ਗੱਲ ਕਹਿ ਕੇ ਅੱਗੇ ਤੁਰ ਗਿਆ ਤੇ ਮੈਂ ਨਾਲ ਤੁਰੇ ਜਾਂਦੇ ਅਫਸਰ ਨੂੰ ਆਖਿਆ, ਮੈਂ ਕਿਹਾ ਐਦੋਂ ਬੁਰੀ ਤੇ ਕਦੇ ਨਹੀਂ ਹੋਈ ਹੋਣੀ ਕਿ ਉਹ ਸਿਰੋਂ ਸਿਰ ਬੰਦਾ ਤੁਹਾਨੂੰ ਕਹਿ ਗਿਆ ਕਿ ਤੁਹਾਡੇ ਦਰਸ਼ਨ ਇੰਨੇ ਮਾੜੇ ਆ ਕਿ ਕਰਦਿਆਂ ਸਾਰ ਮੇਰਾ ਤੇ ਸਾਰਾ ਕੁਝ ਨੇਸਤੋ ਨਾਬੂਦ ਹੋ ਗਿਆ, ਮੇਰਾ ਤਾਂ ਸਭ ਕੁਝ ਤਬਾਹ ਹੋ ਗਿਆ। ਇਹੋ ਹੀ ਗੱਲ ਕਰਵਾਉਣੀ ਬਾਕੀ ਰਹਿ ਗਈ ਸੀ, ਨਾ ਹੀ ਕਰਵਾਉਂਦੇ। ਇਹ ਗੱਲਾਂ ਜਿਹੜੀਆਂ ਨੇ, ਤੁਸੀਂ ਕਿਉਂ ਇਹੋ ਜਿਹੇ ਸ਼ਬਦ ਬੋਲਦੇ ਹੋ, ਕਿਉਂ ਇਹੋ ਜਿਹੇ ਲਫ਼ਜ਼ ਬੋਲਦੇ ਹੋ ਜਿਨ੍ਹਾਂ ਦੇ ਅਰਥਾਂ ਦਾ ਹੀ ਪਤਾ ਨਹੀਂ? ਲੋਕੀ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਪਏ ਨੇ। ਇਹਦੇ ਤੋਂ ਵੀ ਭੈੜੀ ਇੱਕ ਗੱਲ ਹੋਰ ਅੱਜ ਕੱਲ੍ਹ ਚੱਲ ਪਈ ਹੈ, ਹਰ ਗੱਲ ਵੱਲੋਂ। ਆਹ ਬਿਆਨ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ। ਮੁੱਖ ਮੰਤਰੀ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਨੂੰ ਮਿਹਣਾ ਦਿੱਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਵੱਲੋਂ ਜਵਾਬੀ ਮਿਹਣਾ ਦਿੱਤਾ ਗਿਆ। ਵੀ ਮੁੱਖ ਮੰਤਰੀ ਵੱਲੋਂ ਮਿਹਣਾ ਦਿੱਤਾ ਗਿਆ ਤੇ ਕਿਹਨੇ ਦਿੱਤਾ? ਮੁੱਖ ਮੰਤਰੀ ਵੱਲੋਂ ਦਾ ਮਤਲਬ ਹੁੰਦਾ ਔਨ ਬਿਹਾਫ ਆਫ ਅੰਗਰੇਜ਼ੀ 'ਚ। ਤੁਸੀਂ ਜਦੋਂ ਇਹ ਕਹਿੰਦੇ ਕਿ ਮੁੱਖ ਮੰਤਰੀ ਵੱਲੋਂ ਦਿੱਤਾ ਗਿਆ, ਦੇਣ ਵਾਸਤੇ ਉਹਦਾ OSD ਆਇਆ ਸੀ, ਸੈਕਟਰੀ ਆਇਆ ਸੀ ਕਿ ਉਹਨੇ ਚਪੜਾਸੀ ਦੇ ਹੱਥ ਭੇਜਤਾ ਸੀ? ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਕਿ ਮੁੱਖ ਮੰਤਰੀ ਨੇ ਆਹ ਇੱਕ ਮਿਹਣਾ ਦਿੱਤਾ ਤੇ ਅਕਾਲੀ ਦਲ ਦੇ ਪ੍ਰਧਾਨ ਨੇ ਜਾਂ ਕਾਂਗਰਸ ਦੇ ਪ੍ਰਧਾਨ ਨੇ ਅੱਗੋਂ ਜਵਾਬੀ ਮਿਹਣਾ ਆਹ ਦਿੱਤਾ? ਇਹਦੀ ਥਾਂ 'ਤੇ ਅਸੀਂ ਕਹਿੰਦੇ ਉਹਦੇ ਵੱਲੋਂ ਦਿੱਤਾ ਗਿਆ। ਮੈਂ ਜਿਹੜੇ 3-4 ਬਹੁਤ ਸਿਆਣੇ ਪੱਤਰਕਾਰਾਂ ਬਾਰੇ ਮੇਰੇ ਮਨ 'ਚ ਬੜੀ ਚੰਗੀ ਰਾਏ ਆ, ਉਹਨਾਂ ਤੋਂ ਵੀ ਅੱਜ ਕੱਲ੍ਹ ਮੈਂ ਇਸ ਗੱਲੋਂ ਦੁਖੀ ਹੁੰਦਾ। ਉਹ ਹਰ ਗੱਲ ਹੀ ਇਸ ਤਰ੍ਹਾਂ ਕਹਿੰਦੇ ਆ, ਫਲਾਣੇ ਥਾਂ ਦੇ ਉੱਤੇ ਫਲਾਣੇ ਥਾਂ ਫਲਾਣੇ ਬੰਦੇ ਵੱਲੋਂ ਆਹ ਕੀਤਾ ਗਿਆ। ਇਹ ਜਿੱਦਾਂ ਦੀਆਂ ਗੱਲਾਂ ਜਿਹੜੀ ਅਸੀਂ ਭਾਸ਼ਾ ਬਣਾਈ ਜਾਂਦੇ ਹਾਂ, ਜਦੋਂ ਨਵੀਂ ਪੀੜ੍ਹੀ ਪੜ੍ਹੇਗੀ
ਤੇ ਉਸ ਪੁਰਾਣੀ ਪੰਜਾਬੀ ਨੂੰ ਕਿੱਦਾਂ ਸਮਝੇਗੀ। ਪੁਰਾਣੀ ਪੰਜਾਬੀ ਤੇ ਇਹ ਹੁੰਦੀ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਾ ਕੇ ਘੋੜਾ ਵਿੱਚ ਖੜਾ ਕਰਕੇ ਅਟਕ ਦਰਿਆ ਰੋਕ ਦਿੱਤਾ। ਹੁਣ ਅਸੀਂ ਆਖਾਂਗੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਘੋੜਾ ਖੜਾ ਕੀਤਾ ਗਿਆ ਤੇ ਘੋੜਾ ਖੜਾ ਕਰਨ ਤੋਂ ਬਾਅਦ ਉਹਨਾਂ ਵੱਲੋਂ ਅਟਕ ਦਰਿਆ ਰੋਕ ਦਿੱਤਾ ਗਿਆ। ਉਹਨਾਂ ਵੱਲੋਂ ਰੋਕ ਦਿੱਤਾ ਗਿਆ, ਪਰ ਰੋਕਣ ਵਾਸਤੇ ਕੌਣ ਗਿਆ ਸੀ? ਅਸੀਂ ਇਹਨੂੰ ਸਾਰੇ ਕੁਝ ਨੂੰ ਥੋੜ੍ਹਾ ਜਿਹਾ ਸੰਭਾਲੀਏ। ਔਰ ਇਹ ਵੀ ਗੱਲ ਅੱਜ ਕੱਲ੍ਹ ਫਿਰ ਚਰਚਾ ਦਾ ਵਿਸ਼ਾ ਬਣੀ ਹੈ ਕਿ ਪੰਜਾਬੀ ਕਿਹੜੀ ਲਿਪੀ 'ਚ ਲਿਖੀ ਜਾਵੇ। ਲਿਪੀਆਂ ਤਿੰਨੇ ਚੱਲਣਗੀਆਂ। ਤੁਸੀਂ ਆ ਕਾਂਗੜੇ ਵਾਲੇ ਪਾਸੇ ਨੂੰ ਚਲੇ ਜਾਓ, ਉੱਥੇ ਪੰਜਾਬੀ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ। ਉਸ ਦੇਵਨਾਗਰੀ ਲਿਪੀ ਵਿੱਚ ਜਿਹਦੇ 'ਚ ਹਿੰਦੀ ਲਿਖੀ ਜਾਂਦੀ ਹੈ। ਸਾਡੇ ਮਾਝੇ 'ਚ, ਦੁਆਬੇ 'ਚ, ਮਾਲਵੇ 'ਚ, ਸਾਡੇ ਹੋਣ ਵਾਲੇ ਪੰਜਾਬ ਦੇ ਵਿੱਚ ਇੱਥੇ ਜਿਹੜੀ ਪੰਜਾਬੀ ਚੱਲਦੀ ਆ ਉਹ ਲਿਖਣ ਲੱਗਿਆਂ ਗੁਰਮੁਖੀ ਵਰਤੀ ਜਾਂਦੀ ਹੈ। ਗੁਰਮੁਖੀ ਗੁਰੂ ਸਾਹਿਬ ਤੋਂ ਸ਼ੁਰੂ ਨਹੀਂ ਹੋਈ। ਇਹ ਊੜਾ ਜਿਹੜਾ ਉਹਨਾਂ ਤੋਂ ਪਹਿਲਾਂ ਵੀ 7ਵੀਂ 8ਵੀਂ ਸਦੀ ਤੇ ਵੀ ਸ਼ਬਦ ਲੱਭਦੇ ਨੇ, ਇਹ ਅੱਖਰ ਲੱਭਦੇ ਨੇ। ਗੁਰੂ ਸਾਹਿਬ ਨੇ ਇਹਨੂੰ ਇੱਕ ਤਰਤੀਬ ਦਿੱਤੀ। ਔਰ ਸਭ ਤੋਂ ਵੱਡੀ ਗੱਲ ਇਹ ਕਿ ਉਹਨਾਂ ਨੇ ਜਿਹੜੀ ਰਚਨਾ ਕੀਤੀ ਪੰਜਾਬੀਆਂ ਵਾਸਤੇ, ਦੁਨੀਆ ਭਰ ਦੇ ਮਨੁੱਖਾਂ ਵਾਸਤੇ, ਇਨਸਾਨੀਅਤ ਜਗਾਉਣ ਵਾਸਤੇ, ਉਹਨੂੰ ਉਹਨਾਂ ਨੇ ਗੁਰਮੁਖੀ ਲਿਪੀ ਵਿੱਚ ਉਹਨਾਂ ਨੇ ਲਿਖਿਆ ਸੀ। ਇਸ ਕਰਕੇ ਗੁਰਮੁਖੀ ਕਿਹਾ ਜਾਂਦਾ, ਕਿਉਂਕਿ ਇਹ ਲਿਪੀ ਤੇ ਪਹਿਲਾਂ ਵੀ ਹੈਗੀ ਸੀ, ਇੱਕ ਇਹਦੀ ਤਰਤੀਬ ਕੋਈ ਨਹੀਂ ਸੀ। ਉਹਨਾਂ ਨੇ ਇਹਨੂੰ ਤਰਤੀਬ ਦਿੱਤੀ। ਊੜੇ ਅੜੇ ਤੋਂ ਲੈ ਕੇ ਤੇ ਜਿਹੜਾ ਅਖੀਰਲਾ ਯਈਆ ਰਾਰਾ ਲੱਲਾ ਬਾਬਾ ਡਾੜਾ ਤੱਕ, ਇਹ ਸਾਰੀ ਜਿਹੜੀ ਤਰਤੀਬ ਗੁਰੂ ਸਾਹਿਬ ਨੇ ਦਿੱਤੀ ਸੀ, ਤਾਂ ਇਹਨੂੰ ਗੁਰਮੁਖੀ ਕਹਿੰਦੇ ਆ। ਤੀਸਰਾ, ਜਦੋਂ ਅਸੀਂ ਬਾਰਡਰ ਟੱਪ ਜਾਂਦੇ ਹਾਂ ਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਪੰਜਾਬੀ ਲਿਖੀ ਜਾਂਦੀ ਹੈ, ਪਰ ਉਹ ਸ਼ਾਹਮੁਖੀ 'ਚ ਲਿਖੀ ਜਾਂਦੀ ਹੈ। ਸ਼ਾਹਮੁਖੀ ਬਾਰੇ ਜਿੰਨਾ ਕੁ ਮੈਂ ਜਾਣਦਾ, ਉਹਦਾ ਮਤਲਬ ਇਹ ਆ ਕਿ ਸ਼ਾਹ ਦੇ ਮੁਖ ਤੋਂ ਨਿਕਲੀ ਹੋਈ। ਇਹਦੇ ਦੋ ਹੀ ਅਰਥ ਹੋ ਸਕਦੇ ਆ, ਜਾਂ ਤਾਂ ਪਾਰਲੇ ਪਾਸੇ ਆਏ ਜਿਹੜੇ ਸੀ ਉਹ ਸ਼ਾਹਾਂ ਨਾਲ ਲੈਣ ਦੇਣ ਕਰਦੇ ਸੀ, ਉਧਾਰ ਸੁਧਾਰ ਵੀ ਕਰਦੇ ਸੀ, ਲੇਖਾ ਪੱਤਾ, ਕਿਉਂਕਿ ਸ਼ਾਹ ਇਸ ਤਰ੍ਹਾਂ ਦੀ ਬੋਲੀ 'ਚ ਲਿਖਦੇ ਸੀ ਜਿਹੜੀ ਲਿਪੀ ਉਹਨਾਂ ਦੀ ਹੁੰਦੀ ਸੀ, ਪਰ ਸ਼ਬਦ ਤੇ ਲਫ਼ਜ਼ ਇੱਥੇ ਰਲਵੇਂ ਹੁੰਦੇ ਸਨ। ਇਹ ਵੀ ਹੋ ਸਕਦਾ, ਪਰ ਇਹ ਵੀ ਹੋ ਸਕਦਾ ਕਿ ਇਹ ਬੋਲੀ ਸ਼ਹਿਨਸ਼ਾਹਾਂ ਤੋਂ ਤੁਰੀ ਹੋਵੇ, ਤਾਂ ਇਹਨੂੰ ਸ਼ਾਹਮੁਖੀ ਕਹਿੰਦੇ ਹੋਣ। ਮੈਂ ਇਹਦੇ ਬਾਰੇ ਬਿਲਕੁਲ ਸਪਸ਼ਟ ਨਹੀਂ, ਪਰ ਮੈਂ ਜਿਹੜੀਆਂ ਗੱਲਾਂ ਕਹਿਣੀਆਂ ਚਾਹੁੰਦਾ, ਗੱਲ ਸਿਰਫ ਇਹ ਨਹੀਂ ਕਿ ਸਾਡੇ ਬਚਪਨ ਦਾ ਪੰਜਾਬ ਕਿਹੋ ਜਿਹਾ ਸੀ ਤੇ ਅੱਜ ਕਿਹੋ ਜਿਹਾ। ਗੱਲ ਸਿਰਫ ਇਹ ਨਹੀਂ ਕਿ ਪੰਜਾਬੀ ਬੋਲੀ ਦੇ ਉੱਤੇ ਹਿੰਦੀ ਭਾਰੂ ਹੋਈ ਜਾ ਰਹੀ ਹੈ ਭਾਰਤੀ ਪੰਜਾਬ ਵਿੱਚ ਤੇ ਉਰਦੂ ਭਾਰੀ ਹੁੰਦੀ ਜਾਂਦੀ ਆ ਉਧਰ ਪਾਕਿਸਤਾਨੀ ਪੰਜਾਬ ਵਿੱਚ। ਇਹਦੇ ਤੋਂ ਵੀ ਅੱਗੇ ਆ ਕਿ ਨਾ ਪੰਜਾਬ ਦੇ ਲੋਕ ਇਸ ਵੇਲੇ ਨਵੀਂ ਪੀੜ੍ਹੀ ਦੇ ਵਿੱਚ ਬਹੁਤ ਵੱਡੀ ਗਿਣਤੀ ਉਹਨਾਂ ਦੀ ਆ ਜਿਹੜੇ ਨਾ ਪੰਜਾਬ ਬਾਰੇ ਸਮਝਣਾ ਚਾਹੁੰਦੇ ਆ, ਨਾ ਪੰਜਾਬੀ ਬਾਰੇ ਸਮਝਣਾ ਚਾਹੁੰਦੇ ਆ। ਦੋਵਾਂ ਗੱਲਾਂ ਨੂੰ ਛੱਡ ਕੇ ਦੂਸਰੀਆਂ ਭਾਸ਼ਾਵਾਂ ਦੇ ਪ੍ਰਭਾਵ ਥੱਲੇ, ਔਰ ਸਭ ਤੋਂ ਮਾੜੀ ਗੱਲ ਇਹ ਕਿ ਟੀਵੀ ਦੇ ਪ੍ਰਭਾਵ ਥੱਲੇ, ਡਰਾਮਿਆਂ ਨਾਟਕਾਂ ਦੇ ਪ੍ਰਭਾਵ ਥੱਲੇ ਉਹ ਪੰਜਾਬੀ ਨੂੰ ਵਿਗਾੜੀ ਜਾ ਰਿਹਾ। ਅਸੀਂ ਉਸ ਪੰਜਾਬੀ ਨੂੰ ਬਚਾਉਣ ਦਾ ਯਤਨ ਕਰੀਏ। ਮੈਂ ਕੁਝ ਨਿਮਾਣੀਆਂ ਜੀਆਂ ਬੇਨਤੀਆਂ ਤੁਹਾਡੇ ਕੋਲ ਕੀਤੀਆਂ। ਇੰਨੇ ਕੁ ਸ਼ਬਦਾਂ ਨਾਲ ਤੁਹਾਡੇ ਤੋਂ ਆਗਿਆ ਚਾਹੁੰਦਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਟੀਵੀ ਪ੍ਰਾਈਮ ਏਸ਼ੀਆ। ਤੁਹਾਡਾ ਆਪਣਾ, ਤੁਹਾਡੇ ਲਈ।